ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਬਾਣੀ ਭਗਤ ਬੇਣੀ ਜੀਓ ਕੀ। ਪਹਿਰਿਆਂ ਕੈ ਘਰ ਗਾਵਣਾ ਇਕ ਓੰਕਾਰ। ਸਤਿਗੁਰ ਪ੍ਰਸਾਦ। ਰੇ ਨਰ ਗਰਭ ਕੁੰਡਲ ਜਬ ਆਛਤ ਉਰਦ ਧਿਆਨ ਲਿਵ ਲਾਗਾ। ਮਿਰਤਕ ਪਿੰਡ ਪਦ ਮਦ ਨਾ ਅਹਨਿਸ ਏਕ ਅਗਿਆਨ ਸੋ ਨਾਗਾ। ਰੇ ਨਰ ਗਰਭ ਕੁੰਡਲ ਜਬ ਆਛਤ ਉਰਦ ਧਿਆਨ ਲਿਵ ਲਾਗਾ। ਮਿਰਤਕ ਪਿੰਡ ਮਦ ਪਦ ਮਦ ਨਾ ਅਹਨਿਸ ਏਕ ਅਗਿਆਨ ਸੋ ਨਾਗਾ। ਤੇ ਦਿਨ ਸੰਮਲ ਕਸ਼ਟ ਮਹਾ ਦੁਖ ਅਬ ਚਿਤ ਅਧਿਕ ਪਸਾਰਿਆ। ਗਰਭ ਛੋੜ ਮ੍ਰਿਤ ਮੰਡਲ ਆਇਆ ਤਉ ਨਰ ਹਰ ਮਨ ਹੋ ਬਿਸਾਰਿਆ। ਫਿਰ ਪਛਤਾਵੇਂਗਾ ਮੂੜਿਆ ਤੂੰ ਕਵਨ ਕੁਮਤ ਭ੍ਰਮ ਲਾਗਾ। ਚੇਤ ਰਾਮ ਨਾਹੀ ਜੰਪੁਰ ਜਾਹੇਗਾ ਜਨ ਵਿਚਰੈ ਅਨਰਾਧਾ ਰਹਾਉ। ਚੇਤ ਰਾਮ ਨਾਹੀ ਜੰਪੁਰ ਜਾਹੇਗਾ ਜਨ ਵਿਚਰੈ ਅਨਰਾਧਾ ਰਹਾਉ। ਰੇ ਨਰ ਗਰਭ ਕੁੰਡਲ ਜਬ ਆਛਤ ਉਰਦ ਧਿਆਨ ਲਿਵ ਲਾਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਆਓ ਪਾਵਨ 10 ਗੁਰੂ ਸਰੂਪ ਧਾਰਨ ਕੀਤੇ ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਉਸ ਪਵਿੱਤਰ ਬਾਣੀ ਦੇ ਅੰਦਰ ਕੁਝ ਹੋਰ ਵੀ ਮਹਾਂਪੁਰਖ ਜਿਨ੍ਹਾਂ ਦੇ ਵਿੱਚੋਂ ਕੁਝ ਹਿੰਦੂ ਭਗਤ ਕੁਝ ਮੁਸਲਿਮ ਭਗਤ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਕਬੂਲੀਅਤ ਹਾਸਲ ਕੀਤੀ। ਉਹਨਾਂ ਮਹਾਂਪੁਰਸ਼ਾਂ ਦੀ ਬਾਣੀ ਵੀ ਸਤਿਗੁਰੂ ਨੇ ਆਪਣੀ ਬਾਣੀ ਵਿੱਚ ਸ਼ਾਮਲ ਕਰ ਲਈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਬਹੁਤ ਉੱਚਾ ਉਦੇਸ਼ ਸੀ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕੇਵਲ ਇੱਕ ਵਰਗ ਦੇ ਵਿੱਚ ਹੀ ਸੀਮਤ ਨਾ ਰਹਿ ਜਾਵੇ ਬਲਕਿ ਸਾਰੀ ਮਾਨਵਤਾ ਨੂੰ ਸੰਦੇਸ਼ ਦੇਵੇ। ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਬ ਸਾਂਝਾ ਧਰਮ ਗ੍ਰੰਥ ਬਣ ਜਾਵੇ। ਇਸ ਲਈ ਆਪਣੀ ਬਾਣੀ ਦੇ ਨਾਲ ਨਾਲ ਹੋਰ ਭਗਤਾਂ ਮਹਾਂਪੁਰਖਾਂ ਦੀ ਬਾਣੀ ਵੀ ਇਸ ਦੇ ਵਿੱਚ ਸ਼ਾਮਲ ਕਰ ਲਈ ਔਰ ਇਸ ਬਾਣੀ ਦੇ
ਚੜ੍ਹਾਉਣ ਦਾ ਇੱਕੋ ਇੱਕ ਕਾਰਨ ਹੈ, ਉਹਨਾਂ ਭਗਤਾਂ ਦਾ ਸਨਮਾਨ ਔਰ ਉਹਨਾਂ ਦਾ ਆਸ਼ਾ ਔਰ ਉਹਨਾਂ ਦਾ ਉਪਦੇਸ਼ ਹਰ ਪ੍ਰਾਣੀ ਮਾਤਰ ਤੱਕ ਪਹੁੰਚ ਸਕੇ। ਕਿਉਂਕਿ ਜੇ ਹੁਣ ਭਗਤਾਂ ਦੀ ਬਾਣੀ ਜਾਂ ਗੁਰੂਆਂ ਦੀ ਬਾਣੀ ਸਾਡੇ ਪਾਸ ਮੌਜੂਦ ਹੈ ਤਾਂ ਇਹਦੇ ਨਾਲ ਸਾਨੂੰ ਇੱਕ ਤਾਂ ਉਹਨਾਂ ਦੇ ਭਗਤਾਂ ਦੇ ਗੁਰੂਆਂ ਦੇ ਕੀ ਸਿਧਾਂਤ ਸਨ, ਕੀ ਉਪਦੇਸ਼ ਸਨ, ਕੀ ਉਹਨਾਂ ਦੀ ਸਿੱਖਿਆ ਸੀ, ਕੀ ਉਹਨਾਂ ਦਾ ਆਸ਼ਾ ਤੇ ਉਦੇਸ਼ ਸੀ, ਇਸ ਬਾਰੇ ਭਲੀ ਭਾਂਤ ਸਾਨੂੰ ਪਤਾ ਲੱਗ ਸਕਦਾ ਹੈ। ਹਾਂ, ਜੇ ਕਿਸੇ ਨੇ ਉਹਨਾਂ ਦੇ ਉਪਦੇਸ਼ ਤੋਂ ਕੋਈ ਸੇਧ, ਕੋਈ ਸਿੱਖਿਆ ਪ੍ਰਣਾਲੀ, ਕੋਈ ਪ੍ਰੇਰਨਾ ਲੈਣੀ ਹੋਵੇ ਤਾਂ ਵੀ ਮਿਲ ਸਕਦੀ ਹੈ। ਜੇ ਕੇਵਲ ਸਿੱਖ ਗੁਰੂਆਂ ਦੀ ਬਾਣੀ ਹੀ ਸਤਿਗੁਰੂ ਲਿਖ ਦਿੰਦੇ ਤਾਂ ਬਹੁਤੇ ਲੋਕਾਂ ਨੇ ਇਹੀ ਸਮਝਣਾ ਸੀ ਕਿ ਇਹ ਤੇ ਕੇਵਲ ਸਿੱਖਾਂ ਦੇ ਲਈ ਹੀ ਉਚਾਰਨ ਕੀਤੀ ਗਈ ਹੈ। ਦੂਸਰੇ ਮਹਾਂਪੁਰਖਾਂ ਦੀ ਬਾਣੀ ਇਸ ਲਈ ਸਤਿਗੁਰੂ ਮਹਾਰਾਜ ਨੇ ਸ਼ਾਮਲ ਕੀਤੀ ਕਿ ਚਾਹੇ ਕੋਈ ਹਿੰਦੂ ਹੈ, ਮੁਸਲਮ ਹੈ, ਕਿਸੇ ਵੀ ਵਰਗ, ਕਿਸੇ ਵੀ ਮਜ਼ਹਬ, ਕਿਸੇ ਵੀ ਕੌਮ ਦੇ ਵਿੱਚ ਪੈਦਾ ਹੋਇਆ ਕੋਈ ਵੀ ਮਨੁੱਖ ਹੈ, ਇਹ ਬਾਣੀ ਅਤੇ ਮਹਾਂਪੁਰਖ ਤੇ ਇਸ ਬਾਣੀ ਦਾ ਉਪਦੇਸ਼ ਸਾਰਿਆਂ ਲਈ ਸਾਂਝਾ ਹੈ। ਸੋ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਆਪਣੀ ਬਾਣੀ ਲਿਖਵਾਈ ਤੇ ਅਖੀਰ ਦੇ ਰਾਗਾਂ ਦੇ ਉੱਪਰ ਭਗਤਾਂ ਦੀ ਬਾਣੀ ਵੀ ਨਾਲ ਹੀ ਲਿਖਵਾ ਦਿੱਤੀ। ਸੋ ਹੁਣ ਅੱਗੇ ਜੋ ਸ਼ਬਦ ਪ੍ਰਾਰੰਭ ਹੋ ਰਿਹਾ ਹੈ, ਸ੍ਰੀ ਰਾਗ ਬਾਣੀ ਭਗਤ ਬੇਣੀ ਜੀਓ ਕੀ। ਸ਼੍ਰੀ ਰਾਗ ਦੇ ਅੰਦਰ ਇਹ ਬਾਣੀ ਭਗਤ ਬੇਣੀ ਜੀ ਦੀ ਹੈ। ਭਗਤ ਬੇਣੀ ਜੀ ਜਾਤ ਦੇ ਬ੍ਰਾਹਮਣ ਸਨ ਤੇ ਬਹੁਤ ਉੱਚ ਕੋਟੀ ਦੇ ਵਿਦਵਾਨ ਵੀ ਸਨ ਔਰ ਉਹਨਾਂ ਦੀ ਵਧੇਰੇ ਜਿਹੜੀ ਮੁਹਾਰਤ ਸੀ ਸੰਸਕ੍ਰਿਤ ਵਿੱਚ ਸੀ, ਪਰ ਸੰਸਕ੍ਰਿਤ ਭਾਸ਼ਾ ਦੀ ਆਮ ਲੋਕਾਂ ਨੂੰ ਸਮਝ ਘੱਟ ਹੀ ਆਉਂਦੀ ਸੀ। ਇਸ ਲਈ ਉਹਨਾਂ ਨੇ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਆਸ਼ੇ ਦੇ ਅਨੁਸਾਰ ਹੀ ਸੌਖੀ ਭਾਸ਼ਾ ਦੇ ਵਿੱਚ ਬਾਣੀ ਉਚਾਰਨ ਕੀਤੀ ਹੈ। ਪਹਿਰਿਆਂ ਕੈ ਕਰ ਗਾਵਣਾ, ਇਹ ਜਿਹੜੇ ਸ਼ਬਦ ਨੇ ਇਹ ਗੁਰੂ ਅਰਜਨ ਦੇਵ ਮਹਾਰਾਜ ਨੇ ਲਿਖਵਾਏ, ਕਿਉਂਕਿ ਬਾਣੀ ਦੇ ਕਰਤਾ ਤੇ ਉਹੀ ਨੇ ਨਾ। ਭਗਤਾਂ ਦੇ ਨਾਮ ਵੀ ਉਹਨਾਂ ਨੇ ਲਿਖੇ ਤੇ ਜਿਹੜੇ ਉਹਨਾਂ ਦੇ ਸਿਰਲੇਖ ਨੇ ਉਹ ਵੀ ਸਤਿਗੁਰੂ ਮਹਾਰਾਜ ਨੇ ਆਪ ਲਿਖੇ। ਇਹ ਜਿਹੜਾ ਸ਼ਬਦ ਹੈ, ਜਿਵੇਂ ਪਿੱਛੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਪਹਿਰਿਆਂ ਦੇ ਸਿਰਲੇਖ ਹੇਠ ਸ਼ਬਦ ਉਚਾਰਨ ਕੀਤਾ, ਚੌਥੇ ਤੇ ਪੰਜਵੇਂ ਪਾਤਸ਼ਾਹ ਦੇ ਵੀ ਸ਼ਬਦ ਆ ਚੁੱਕੇ ਹਨ ਔਰ ਉਹਨਾਂ ਨੂੰ ਜਿਹੜੇ ਘਰ ਦੇ ਵਿੱਚ ਗਾਵਿਆ ਹੈ ਉਸੇ ਘਰ ਸੁਰਤਾਲ ਦੇ ਵਿੱਚ ਇਹ ਸ਼ਬਦ ਨੂੰ ਗਾਉਣਾ, ਇਸ ਗੱਲ ਦਾ ਇਹ ਸ਼ਬਦ ਸੰਕੇਤ ਦੇ ਰਹੇ ਹਨ, ਪਹਿਰਿਆਂ ਕੈ ਕਰ ਗਾਵਣਾ। ਉਹ ਜਿਹੜੇ ਪਹਿਰਿਆਂ ਦੇ ਸ਼ਬਦ ਨੇ ਉਹਨਾਂ ਨੂੰ ਪਹਿਲੇ ਘਰ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਗਾਇਨ ਕੀਤਾ ਸੀ ਔਰ ਇਹ ਸ਼ਬਦ ਦੇ ਬਾਰੇ ਵੀ ਗੁਰੂ ਮਹਾਰਾਜ ਨੇ ਸੰਕੇਤ ਕਰ ਦਿੱਤਾ ਵੀ ਇਹ ਵੀ ਸ਼ਬਦ ਜੇ ਕਿਸੇ ਨੇ ਰਾਗ ਦੇ ਵਿੱਚ ਗਾਉਣਾ ਹੋਵੇ ਤੇ ਫਿਰ ਉਹ ਪਹਿਰਿਆਂ ਦੇ ਰਾਗ ਤੇ ਸੁਰਤਾਲ ਦੇ ਵਿੱਚ ਗਾਇਆ ਜਾ ਸਕਦਾ ਹੈ। ਅੱਗੇ ਮੰਗਲਾ ਚਰਨ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤ ਰਹਿਤ, ਗੁਰ ਪ੍ਰਸਾਦ, ਉਹ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਇਹ ਜਿਹੜੇ ਸਿਰਲੇਖ ਨੇ ਗੁਰੂ ਅਰਜਨ ਦੇਵ ਮਹਾਰਾਜ ਦੇ ਆਪਣੇ ਲਿਖੇ ਹੋਏ ਨੇ। ਹੁਣ ਅੱਗੇ ਭਗਤ ਬੇਣੀ ਜੀ ਉਪਦੇਸ਼ ਦੇ ਰਹੇ ਹਨ। ਕਿਸੇ ਮਨਮੁਖ ਨੂੰ ਸੰਬੋਧਨ ਕਰਕੇ ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਜਿਹੜਾ ਆਪਣੇ ਸਹੀ ਜੀਵਨ ਦੇ ਉਦੇਸ਼ ਨੂੰ ਭੁੱਲ ਕੇ ਗਲਤ ਪਾਸੇ ਤੁਰਿਆ ਹੋਇਆ ਸੀ। ਜੀਵਨ ਦਾ ਸਹੀ ਉਦੇਸ਼ ਕੀ ਹੈ? ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇ ਸੰਜਰੀਆ। ਜੀਵਨ ਦਾ ਉਦੇਸ਼ ਹੈ ਭਈ ਪ੍ਰਾਪਤ ਮਾਨੁਖ ਦੇਹੁਰੀਆ,
गोबिंद मिलन की एह तेरी बरिया, अवर काज तेरा किता न काम, मिल साध संगत भज केवल नाम। पर हुण ਇਹਦੇ ਉਲਟ ਜਿਹੜਾ ਅਸੀਂ ਜੀਵਨ ਦਾ ਉਦੇਸ਼ ਮਿਥ ਲਿਆ ਹੈ ਔਰ ਗਲਤ ਉਦੇਸ਼ ਹੈ, ਉਹ ਇਹ ਹੈ ਵੀ ਇਹ ਜਿਹੜੀ ਜ਼ਿੰਦਗੀ ਬਾਰ-ਬਾਰ ਨਹੀਂ ਮਿਲਣੀ, ਇਸ ਲਈ ਇਹਦੇ ਵਿੱਚ ਖਾਓ ਪੀਓ ਮੌਜਾਂ ਮਾਣੋ, ਆਹ ਜਗ ਮਿੱਠਾ ਅਗਲਾ ਕਿਹਨੇ ਡਿੱਠਾ। ਇਹ ਮਨਮੁੱਖਾਂ ਦਾ ਉਦੇਸ਼ ਹੈ। ਗੁਰਮੁਖਾਂ ਦਾ ਉਦੇਸ਼ ਤੇ ਉਹੀ ਹੈ, ਮਿਲ ਜਗਦੀਸ਼ ਮਿਲਣ ਕੀ ਬਰੀਆ। ਪਰ ਜਿਹੜੇ ਮਨਮੁਖ ਨੇ ਉਹਨਾਂ ਨੇ ਜੀਵਨ ਦਾ ਉਦੇਸ਼ ਐਸ਼ ਪ੍ਰਸਤੀ ਕਰਨੀ, ਵਿਸ਼ਿਆਂ ਦੇ ਸੁੱਖ ਭੋਗਣੇ, ਮਾਇਆ ਇਕੱਠੀ ਕਰਨੀ, ਇਹੀ ਆਪਣੇ ਜੀਵਨ ਦਾ ਪ੍ਰਯੋਜਨ ਸਮਝਿਆ ਹੋਇਆ ਹੈ। ਲੋ ਭਗਤ ਬੇਣੀ ਜੀ ਐਸੇ ਮਨਮੁਖਾਂ ਨੂੰ ਉਪਦੇਸ਼ ਦਿੰਦੇ ਹਨ। ਫਿਰ ਪਛਤਾਵਹਿਗਾ ਮੂੜਿਆ, ਤੂੰ ਕਵਨ ਕੋ ਮਤ ਭਰਮ ਲਾਗਾ, ਚੇਤ ਰਾਮ ਨਾਹੀਂ ਜੰਪੁਰ ਜਾਹੇਗਾ, ਜਨ ਵਿਚਰੈ ਅਨਰਾਧਾ। ਰਹਾਓ ਇਹ ਸਿਧਾਂਤ ਰੂਪ ਪੰਕਤੀਆਂ ਹਨ। ਭਗਤ ਜੀ ਫਰਮਾਉਂਦੇ ਨੇ, ਫਿਰ ਪਛਤਾਵਹਿਗਾ ਮੂੜਿਆ। ਮੂੜ ਦਾ ਅਰਥ ਹੁੰਦਾ ਮੂਰਖ, ਬੇਸਮਝ, ਬੇਵਕੂਫ। ਹਜ਼ੂਰ ਕਹਿੰਦੇ ਉਹ ਮੂਰਖਾ, ਫਿਰ ਤੂੰ ਪਛਤਾਵੇਂਗਾ, ਪਛਤਾਤਾਪ ਕਰੇਗਾ। ਤੂੰ ਕਵਨ ਕੁਮਤ ਭਰਮ ਲਾਗਾ, ਪਰ ਤੂੰ ਹੁਣ ਸੋਚ, ਜਿਹੜਾ ਸਮਾਂ ਅਮੋਲਕ ਜੀਵਨ ਤੈਨੂੰ ਵਾਹਿਗੁਰੂ ਪਰਮੇਸ਼ਰ ਨੇ ਬਖਸ਼ਿਆ ਹੋਇਆ, ਇਹਨੂੰ ਸਫਲ ਕਰਨਾ ਚਾਹੀਦਾ ਸੀ। ਕਵਨ ਕੁਮਤ ਭਰਮ ਲਾਗਾ, ਤੂੰ ਭਰਮ ਦੇ ਵਿੱਚ ਪੈ ਕੇ ਕਿਹੜੀ ਖੋਟੀ ਮੱਤ ਵਿੱਚ ਲੱਗ ਗਈ ਹੈ। ਖੋਟੀ ਮੱਤ ਕਿਹੜੀ ਹੈ? ਖੋਟੀ ਮੱਤ ਉਹੀ ਹੈ ਜਿਹੜੀ ਸਾਨੂੰ ਖੋਟੇ ਪਾਸੇ ਲਾਉਂਦੀ ਹੈ। ਮਨਮੁਖ ਲੋਕ ਖੋਟੀ ਮੱਤ ਤੋਂ ਅਗਵਾਈ ਲੈਂਦੇ ਨੇ ਤੇ ਜਿਹੜੇ ਗੁਰਮੁਖ ਨੇ ਗੁਰੂ ਦੀ ਮੱਤ ਤੋਂ ਅਗਵਾਈ ਲੈਂਦੇ ਨੇ। ਇਸੇ ਲਈ ਤਾਂ ਗੁਰੂ ਮਹਾਰਾਜ ਨੇ ਬਾਣੀ ਵਿੱਚ ਸਾਨੂੰ ਇਹ ਗੱਲ ਸਮਝਾਈ ਹੈ, ਮਨ ਰੇ ਕੌਣ ਕੋ ਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹੀਂ ਕੀਨੀ। ਇਹ ਖੋਟੀ ਮਤ ਹੈ। ਇੱਥੇ ਭਗਤ ਬੇਣੀ ਜੀ ਵੀ ਗੁਰੂ ਆਸ਼ੇ ਦੇ ਅਨੁਸਾਰ ਹੀ ਇਹ ਉਪਦੇਸ਼ ਦੇ ਰਹੇ ਹਨ। ਉਹ ਮੂਰਖਾ, ਤੂੰ ਹੁਣ ਭਰਮ ਦੇ ਵਿੱਚ ਪੈ ਕੇ ਕਿਹੜੀ ਖੋਟੀ ਮੱਤ ਵਿੱਚ ਲੱਗਿਆ ਹੋਇਆ। ਤੂੰ ਆਪਣੇ ਜੀਵਨ ਦੇ ਸਹੀ ਉਦੇਸ਼ ਨੂੰ ਭੁੱਲ ਕੇ ਕਿਹੜੇ ਪੁੱਠੇ ਪਾਸੇ ਲੱਗਿਆ ਹੋਇਆ। ਮੂਰਖਾ, ਇਸ ਗੱਲ ਨੂੰ ਸਮਝ। ਫਿਰ ਜਦੋਂ ਇਹ ਸਮਾਂ ਤੇਰੇ ਹੱਥੋਂ ਨਿਕਲ ਗਿਆ, ਫਿਰ ਤੈਨੂੰ ਪਛਤਾਉਣਾ ਹੀ ਪਵੇਗਾ। ਕਿਉਂਕਿ ਸਤਿਗੁਰੂ ਦੇ ਬਚਨ ਨੇ, ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਸਰੀਰ ਕੁਟੰਬ ਸਹਿਤ ਸਿਉ, ਜਿਤ ਹੁਣ ਖਸਮ ਨਾ ਪਾਇਆ, ਪੌੜੀ ਛੁੜਕੀ ਫਿਰ ਹਾਥ ਨਾ ਆਵੈ, ਅਹਿਲਾ ਜਨਮ ਗਵਾਇਆ। ਇਹ ਜਿਹੜਾ ਮਨੁੱਖਾ ਜਨਮ ਹੈ, ਇਹ ਇੱਕ ਪੌੜੀ ਹੈ। ਇਸ ਪੌੜੀ ਤੇ ਜੋ ਨਰ ਚੂਕੈ, ਸੋ ਆਏ ਜਾਏ ਦੁੱਖ ਪਾਏਂਦਾ। ਜਿਹੜਾ ਇਸ ਪੌੜੀ ਤੋਂ ਉੱਕ ਗਿਆ, ਜਿਹੜਾ ਇਸ ਪੌੜੀ ਤੋਂ ਹੇਠਾਂ ਡਿੱਗ ਪਿਆ, ਜਿਸਨੇ ਇਸ ਜੀਵਨ ਦੇ ਮਨੋਰਥ ਨੂੰ ਨਾ ਸਮਝਿਆ, ਤੇ ਫਿਰ ਉਹਨੂੰ ਅਨੇਕਾਂ ਜੂਨਾਂ ਦੇ ਵਿੱਚ ਭਰਮਣਾ ਪੈ ਸਕਦਾ। ਇਸੇ ਲਈ ਤਾਂ ਸਤਿਗੁਰੂ ਕਹਿੰਦੇ ਨੇ ਵੀ ਸਮੇਂ ਦੀ ਸੰਭਾਲ ਕਰੋ, ਵਕਤ ਵਿਚਾਰੇ ਸੋ ਬੰਦਾ ਹੋਏ। ਜਿਹੜਾ ਸਮੇਂ ਦੀ ਵਿਚਾਰ ਕਰੇ, ਮਨੁੱਖਾ ਜੀਵਨ ਇੱਕ ਇੱਕ ਸਵਾਸ, ਇੱਕ ਇੱਕ ਮਿੰਟ ਇੰਨਾ ਕੀਮਤੀ ਹੈ। ਹੁਣ ਤੇ ਸਾਨੂੰ ਕਦਰ ਨਹੀਂ ਨਾ ਹੈ, ਪਰ ਜਦੋਂ ਕਿਸੇ ਆਦਮੀ ਦਾ ਅੰਤਮ ਸਮਾਂ ਆ ਜਾਵੇ ਤੇ ਉਸ ਵੇਲੇ ਤੁਸੀਂ ਉਹਦੇ ਪਾਸੋਂ ਜੀਵਨ ਦਾ ਮੁੱਲ ਪੁੱਛ ਕੇ ਵੇਖ ਸਕਦੇ ਹੋ। ਇੱਕ ਮਹਾਂਪੁਰਖ ਸਨ ਔਰ ਉਹਨਾਂ ਦੀ ਬੜੀ ਦੁਨੀਆ ਦੇ ਵਿੱਚ ਮਹਾਨਤਾ ਸਮਝੀ ਜਾਂਦੀ ਸੀ, ਕਿਉਂਕਿ ਬੜੇ ਬੰਦਗੀ ਵਾਲੇ ਸਨ। ਅਖੀਰ ਜਦੋਂ ਉਹਨਾਂ ਦਾ ਅੰਤਮ ਸਮਾਂ ਨੇੜੇ ਆਇਆ, ਜਿਹੜੇ ਉਹਨਾਂ ਦੇ ਸ਼ਰਧਾਲੂ ਪ੍ਰੇਮੀ ਜਨ ਸਨ, ਉਹਨਾਂ ਸਾਰਿਆਂ ਨੂੰ ਉਹਨਾਂ ਨੇ ਬੁਲਾ ਲਿਆ। ਕਹਿਣ ਲੱਗੇ ਵੀ ਇਹ ਹੁਣ ਆਖਰੀ ਮੇਲਾ ਹੀ ਹੈ, ਜੇ ਕਿਸੇ ਨੇ ਮਿਲਣਾ ਤੇ ਮਿਲ ਲਵੋ, ਕੋਈ ਬਚਨ ਬਿਲਾਸ ਕਰਨਾ ਤੇ ਕਰ ਲਵੋ। ਉਹ ਸਾਰੇ ਪ੍ਰੇਮੀ ਸ਼ਰਧਾਲੂ ਲੋਕ ਹਜ਼ਾਰਾਂ ਦੀ ਗਿਣਤੀ ਵਿੱਚ ਉਹਨਾਂ ਦੇ ਪਾਸ ਇਕੱਠੇ ਹੋ ਗਏ। ਜਦੋਂ ਐਨ ਅੰਤਮ ਸਮਾਂ ਆਇਆ ਤੇ ਉਹਨਾਂ ਨੇ ਬੇਨਤੀ ਕੀਤੀ, ਕਹਿਣ ਲੱਗੇ, ਮਹਾਂਪੁਰਖੋ, ਕੋਈ ਅੰਤਮ ਬਚਨ ਸਾਨੂੰ ਕਰੋ। ਤਾਂ ਉਸ ਵੇਲੇ ਉਹਨਾਂ ਮਹਾਂਪੁਰਖਾਂ ਨੇ ਆਖਿਆ, ਹੁਣ ਜੀਵਨ ਸਾਥ ਨਹੀਂ ਦੇ ਰਿਹਾ, ਤੁਸੀਂ ਇਉਂ ਕਰੋ, ਆ ਸਾਡੇ ਪਾਸ ਇੱਕ ਬੜਾ ਕੀਮਤੀ ਲਾਲ ਹੈ,
ਇਹ ਤੁਸੀਂ ਲਾਲ ਲੈ ਜਾਓ ਤੇ ਤੁਸੀਂ ਕੁਝ ਜੀਵਨ ਖਰੀਦ ਕੇ ਸਾਡੇ ਪਾਸ ਲਿਆਓ, ਤਾਂ ਕਿ ਅਸੀਂ ਕੋਈ ਤੁਹਾਨੂੰ ਸਮਝਾ ਸਕੀਏ, ਕੋਈ ਉਪਦੇਸ਼ ਦੇ ਸਕੀਏ, ਕੋਈ ਨਸੀਹਤ ਦੇ ਸਕੀਏ। ਜਿਹੜੇ ਉਹਨਾਂ ਵਿੱਚੋਂ ਸਿਆਣੇ ਪ੍ਰੇਮੀ ਸਨ, ਉਹਨਾਂ ਨੇ ਆਖਿਆ ਮਹਾਂਪੁਰਖਾਂ ਦਾ ਬਚਨ ਮੰਨਣਾ ਚਾਹੀਦਾ। ਉਹਨਾਂ ਨੇ ਉਹ ਲਾਲ ਲਿਆ, ਬਾਜ਼ਾਰ ਵਿੱਚ ਚਲੇ ਗਏ, ਸਾਰੀਆਂ ਦੁਕਾਨਾਂ ਤੇ ਜਾ ਜਾ ਕੇ ਪੁੱਛਦੇ ਨੇ ਬਈ ਸਾਨੂੰ ਜੀਵਨ ਮੁੱਲ ਮਿਲ ਸਕਦਾ ਹੈ, ਪਰ ਕਿਸੇ ਨੇ ਇਸ ਦੀ ਹਾਮੀ ਨਾ ਭਰੀ। ਹੁਣ ਜੀਵਨ ਕਿਹਦੇ ਕੋਲੋਂ ਮਿਲ ਸਕਦਾ ਹੈ? ਅਖੀਰ ਵਾਪਸ ਮੁੜ ਕੇ ਆਏ, ਕਹਿਣ ਲੱਗੇ ਮਹਾਰਾਜ ਸਾਨੂੰ ਤੇ ਜੀਵਨ ਕਿਧਰੋਂ ਮੁੱਲ ਮਿਲ ਨਹੀਂ ਸਕਿਆ। ਤੇ ਮਹਾਂਪੁਰਖ ਉਸ ਵੇਲੇ ਸਾਰਿਆਂ ਨੂੰ ਕਹਿਣ ਲੱਗੇ ਬਸ ਇਹੀ ਅੰਤਮ ਉਪਦੇਸ਼ ਹੈ। ਇਹ ਸਮਾਂ, ਇਹ ਜੀਵਨ ਬੜਾ ਹੀ ਅਮੋਲਕ ਹੈ, ਇਹਦੀ ਕਦਰ ਕਰਨੀ, ਇਹਨੂੰ ਸਫਲ ਕਰਨਾ ਤੁਹਾਡਾ ਫਰਜ਼ ਹੈ। ਕਿਧਰੇ ਐਸਾ ਨਾ ਹੋਵੇ ਇਹ ਤੁਹਾਡਾ ਜੀਵਨ ਅਜਾਈਂ ਚਲਿਆ ਜਾਵੇ। ਹਜ਼ੂਰ ਨੇ ਬਾਣੀ ਵਿੱਚ ਫਰਮਾਇਆ ਹੈ, ਹੀਰੇ ਜੈਸਾ ਜਨਮ ਹੈ ਕੌਡੀ ਬਦਲਿਆ ਜਾਏ। ਇਹ ਹੀਰੇ ਵਰਗਾ ਅਮੋਲਕ ਜਨਮ ਸਾਡਾ ਕੌਡੀਆਂ ਦੇ ਬਦਲੇ ਬਰਬਾਦ ਹੋ ਰਿਹਾ ਹੈ, ਨਾਸ ਹੋ ਰਿਹਾ ਹੈ। ਕੌਡੀ ਤੋਂ ਮੁਰਾਦ ਮਾਇਆ ਦੀ ਹੈ। ਅਸੀਂ ਮਾਇਆ ਦੇ ਵਿੱਚ ਸਾਰਾ ਜੀਵਨ ਬਰਬਾਦ ਕਰਦੇ ਹਾਂ। ਕਿਹੜਾ ਆਦਮੀ ਹੈ ਜਿਹੜਾ ਇਹ ਕਹਿ ਸਕਦਾ ਹੋਵੇ ਵੀ ਹੁਣ ਮੇਰੀ ਤ੍ਰਿਸ਼ਨਾ ਮੁੱਕ ਗਈ ਹੈ, ਮੇਰੇ ਮਨ ਨੂੰ ਮਾਇਆ ਦੀ ਕੋਈ ਇੱਛਾ ਨਹੀਂ। ਮਰਨ ਤੱਕ ਮਨੁੱਖ ਬਸ ਮਾਇਆ ਦੀ ਇੱਛਾ ਦੇ ਮਗਰ ਹੀ ਦੌੜਿਆ ਫਿਰਦਾ ਹੈ। ਪਰ ਯਾਦ ਰੱਖੋ, ਲੋੜ ਮਾਇਆ ਦੀ ਵੀ ਹੈ, ਮਾਇਆ ਵੀ ਰੱਬ ਦੀ ਸ਼ਕਤੀ ਹੈ, ਇਹ ਤੋਂ ਬਿਨਾਂ ਵੀ ਗੁਜ਼ਾਰਾ ਨਹੀਂ। ਪਰ ਮਹਾਂਪੁਰਖਾਂ ਨੇ ਬੜੇ ਸੋਹਣੇ ਤਰੀਕੇ ਨਾਲ ਸਾਨੂੰ ਸਮਝਾਇਆ ਹੈ, ਇਹ ਜਿਹੜੀ ਮਾਇਆ ਇਕੱਠੀ ਕਰਨੀ ਸਾਡੇ ਜੀਵਨ ਦਾ ਮਨੋਰਥ ਨਹੀਂ ਬਣ ਜਾਣਾ ਚਾਹੀਦਾ। ਜਿਵੇਂ ਕਿ ਅਸੀਂ ਬਣਾਈ ਬੈਠੇ ਹਾਂ ਵੀ ਬਹੁਤੀ ਮਾਇਆ ਇਕੱਠੀ ਕਰਨੀ, ਬਹੁਤੀ ਮਾਇਆ ਇਕੱਠੀ ਕਰਕੇ ਵਿਸ਼ਿਆਂ ਦੇ, ਪਦਾਰਥਾਂ ਦੇ ਸੁੱਖ ਮੰਨਣੇ ਸਾਡੇ ਜੀਵਨ ਦਾ ਇਹੀ ਇੱਕ ਉਦੇਸ਼ ਬਣ ਚੁੱਕੀ ਹੈ। ਪਰ ਨਹੀਂ, ਮਾਇਆ ਇੱਕ ਸਾਡੇ ਜੀਵਨ ਦਾ ਸਾਧਨ ਹੈ। ਇਸ ਦੇ ਨਾਲ ਅਸੀਂ ਆਪਣੀਆਂ ਲੋੜਾਂ ਪੂਰੀਆਂ ਕਰਨੀਆਂ ਨੇ, ਕਿਉਂਕਿ ਕੁਝ ਬੁਨਿਆਦੀ ਲੋੜਾਂ ਹਨ ਜਿਵੇਂ ਆਮ ਹਰ ਸਾਧਾਰਨ ਮਨੁੱਖ ਦੇ ਲਈ ਸਿਆਣੇ ਪੁਰਸ਼ਾਂ ਨੇ ਆਖਿਆ ਹੈ, ਰੋਟੀ ਕਪੜਾ ਔਰ ਮਕਾਨ ਜੀਣੇ ਕੇ ਹੈ ਤੀਨ ਨਿਸ਼ਾਨ। ਇਹ ਸਾਡੇ ਜੀਵਨ ਦੀਆਂ ਲੋੜਾਂ ਨੇ, ਕੁੱਲੀ ਗੁੱਲੀ ਜੁੱਲੀ। ਇਹ ਤੋਂ ਬਿਨਾਂ ਸਾਡੇ ਜੀਵਨ ਦਾ ਨਿਰਵਾਹ ਹੋਣਾ ਮੁਸ਼ਕਲ ਹੈ। ਪਰ ਜਿਹੜਾ ਹੁਣ ਇਸ ਤੋਂ ਅੱਗੇ ਬਹੁਤੀ ਮਾਇਆ ਇਕੱਠੀ ਕਰਨੀ, ਜੀਵਨ ਦਾ ਉਦੇਸ਼ ਮਿਥ ਲੈਣਾ, ਇਹ ਸਾਡੀ ਬਹੁਤ ਵੱਡੀ ਨਾਸਮਝੀ ਹੈ, ਬਹੁਤ ਵੱਡੀ ਭੁੱਲ ਹੈ। ਮਾਇਆ ਸਾਡੇ ਜੀਵਨ ਦੇ ਵਿੱਚ ਸਾਡੀਆਂ ਲੋੜਾਂ ਪੂਰੀਆਂ ਕਰਨ ਦਾ ਵਸੀਲਾ ਤਾਂ ਹੈ, ਪਰ ਸਾਡੇ ਜੀਵਨ ਦਾ ਉਦੇਸ਼ ਨਹੀਂ ਹੈ। ਇਸ ਗੱਲ ਨੂੰ ਕੋਈ ਵਿਰਲਾ ਹੀ ਸਮਝ ਸਕਦਾ। ਤੇ ਇਹੀ ਗੱਲ ਸਤਿਗੁਰੂ ਵੀ ਤੇ ਮਹਾਂਪੁਰਖ ਬਾਰ-ਬਾਰ ਸਮਝਾਉਂਦੇ ਨੇ। ਫਿਰ ਪਛਤਾਵੇਂਗਾ ਮੂੜਿਆ ਤੂੰ ਕਵਨ ਕੁਮਤ ਭਰਮ ਲਾਗਾ। ਤੂੰ ਭਰਮ ਦੇ ਵਿੱਚ ਪੈ ਕੇ ਕਿਹੜੀ ਖੋਟੀ ਮੱਤ ਵਿੱਚ ਲੱਗਿਆ ਹੋਇਆ। ਐਸ਼ੋ ਇਸ਼ਰਤ ਕਰਨੀ, ਚੋਰੀ ਕਰਨੀ, ਯਾਰੀ ਕਰਨੀ, ਵਿਕਾਰ ਭੋਗਣੇ, ਵਿਚਾਰ ਕਰਨੇ, ਇਹ ਖੋਟੀ ਮੱਤ ਦਾ ਹੀ ਸਾਰਾ ਨਤੀਜਾ ਹੈ। ਇਸ ਲਈ ਇਹ ਮਾੜੇ ਕੰਮਾਂ ਤੋਂ ਬਚਣ ਦੇ ਲਈ ਸਾਰੇ ਮਹਾਂਪੁਰਖਾਂ ਨੇ ਉਪਦੇਸ਼ ਦਿੱਤਾ। ਇਸ ਲਈ ਸਿਆਣੇ ਮਹਾਂਪੁਰਖਾਂ ਨੇ ਇੱਕ ਹੋਰ ਵੀ ਦਲੀਲ ਦਿੱਤੀ ਹੈ, ਜਿਹੜੀ ਸਾਡੀ ਜ਼ਿੰਦਗੀ ਹੈ ਉਹ ਇੱਕ ਬੇੜੀ ਦੇ ਸਮਾਨ ਹੈ। ਯਾਦ ਰੱਖੋ, ਬੇੜੀ ਇੱਕ ਉਹ ਸਾਧਨ ਹੈ ਜਿਸ ਦੇ ਰਾਹੀਂ ਅਸੀਂ ਦਰਿਆ ਤੋਂ ਪਾਰ ਹੋ ਸਕਦੇ ਹਾਂ, ਕਿਉਂਕਿ ਦਰਿਆ ਦੇ ਪਾਣੀ ਦੇ ਵਿੱਚੋਂ ਦੀ ਨਾ ਤੇ ਅਸੀਂ ਪੈਦਲ ਜਾ ਸਕਦੇ ਹਾਂ, ਨਾ ਕੋਈ ਹੋਰ ਅਸਵਾਰੀ ਤੇ ਚੜ੍ਹ ਕੇ ਉਸ ਨੂੰ ਪਾਰ ਕਰ ਸਕਦੇ ਹਾਂ। ਬੇੜੀ ਹੀ ਇੱਕ ਐਸਾ ਸਾਧਨ ਅਸਾਂ ਬਣਾਇਆ ਹੈ ਵੀ ਅਸੀਂ ਬੇੜੀ ਤੇ ਚੜ੍ਹ ਕੇ ਡੂੰਘੇ ਦਰਿਆ ਨੂੰ ਪਾਰ ਕਰ ਸਕਦੇ ਹਾਂ। ਪਰ ਇਹ ਗੱਲ ਹਮੇਸ਼ਾ ਲਈ ਧਿਆਨ ਵਿੱਚ ਰੱਖਣੀ ਚਾਹੀਦੀ ਹੈ, ਬੇੜੀ ਚਲਦੀ ਵੀ ਪਾਣੀ ਦੇ ਵਿੱਚ ਹੀ ਹੈ ਤੇ ਡੁੱਬਦੀ ਵੀ ਪਾਣੀ ਦੇ ਵਿੱਚ ਹੀ ਹੈ। ਆਹੀ ਇੱਕ ਸਾਡੀ ਜ਼ਿੰਦਗੀ ਦਾ ਇੱਕ ਰਾਜ਼ ਹੈ ਜਿਹਨੂੰ ਕੋਈ ਵਿਰਲਾ ਸਮਝਦਾ ਹੈ। ਬੇੜੀਆਂ ਡੁੱਬਦੀਆਂ ਤੇ ਜ਼ਿਆਦਾ ਨੇ ਤੇ ਤਰਦੀਆਂ ਬਹੁਤ ਘੱਟ ਨੇ। ਭਗਤ ਕਬੀਰ ਜੀ ਨੇ ਇਸੇ ਲਈ ਆਖਿਆ ਹੈ ਨਾ, ਰੇ ਨਰ ਨਾਵ ਚੌੜ ਕਤ ਬੂੜੀ, ਹਰ ਸਿਉ ਤੋੜ ਵਿਖਿਆ ਸੰਗ ਜੋੜੀ। ਇਹ ਦੁਨੀਆ ਦੇ ਲੋਗੋ,
ਤੁਸੀਂ ਇਸ ਗੱਲ ਨੂੰ ਸਮਝੋ, ਜਿਹੜਾ ਸਾਕਤ ਪੁਰਸ਼ ਹੈ ਉਹ ਆਪਣੇ ਜੀਵਨ ਦੀ ਬੇੜੀ ਨੂੰ ਮੰਝ ਧਾਰ ਡੋਬ ਬੈਠਦਾ ਹੈ, ਨਾਲੇ ਆਪ ਡੁੱਬਦਾ ਨਾਲੇ ਦੂਸਰਿਆਂ ਨੂੰ ਡੁਬੋ ਦਿੰਦਾ ਹੈ। ਰੇ ਨਰ ਨਾਵ ਚੌੜ ਕਤ ਬੋੜੀ, ਕਿਵੇਂ ਹਰ ਸਿਉ ਤੋੜ ਵਿਖਿਆ ਸੰਗ ਜੋੜੀ। ਵਾਹਿਗੁਰੂ ਦੇ ਨਾਲੋਂ ਆਪਣੀ ਸੁਰਤ ਬਿਰਤੀ ਨੂੰ ਤੋੜ ਕੇ ਮਾਇਆ ਨਾਲ ਜੋੜ ਲੈਣਾ, ਇਹ ਇੱਕ ਬੇੜੀ ਡੁੱਬਣ ਦੀ ਨਿਸ਼ਾਨੀ ਹੈ। ਅਸੀਂ ਮਾਇਆ ਦੇ ਸੁੱਖਾਂ ਦੇ ਵਿੱਚ ਲੱਗ ਕੇ ਵਾਹਿਗੁਰੂ ਦੇ ਸਿਮਰਨ ਨੂੰ ਭੁੱਲ ਜਾਂਦੇ ਹਾਂ, ਇਹ ਇੱਕ ਡੁੱਬਣ ਦੀ ਨਿਸ਼ਾਨੀ ਹੈ। ਬੇੜੀ ਤਰਦੀ ਵੀ ਪਾਣੀ ਵਿੱਚ ਹੈ ਤੇ ਡੁੱਬਦੀ ਵੀ ਪਾਣੀ ਦੇ ਵਿੱਚ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਕੁਝ ਲੋਕ ਉਹ ਸਨ ਜਿਨ੍ਹਾਂ ਨੇ ਲੋਕਾਂ ਨੂੰ ਤਿਆਗਵਾਦ ਦਾ ਰਸਤਾ ਦਿਖਾ ਦਿੱਤਾ। ਕੁਝ ਉਹ ਲੋਕ ਸਨ ਜਿਹੜੇ ਪਹਿਲਾਂ ਭੋਗਵਾਦ ਵਿੱਚ ਲੱਗੇ ਹੋਏ ਸਨ, ਪਰ ਜਿਹੜਾ ਉਹਨਾਂ ਦੇ ਵਿਪਰੀਤ ਕੋਈ ਰਸਤਾ ਅਖਤਿਆਰ ਹੋਇਆ ਉਹ ਸੀ ਤਿਆਗਵਾਦ ਦਾ। ਲੋਕਾਂ ਨੇ ਕਹਿ ਦਿੱਤਾ ਬਈ ਤੁਸੀਂ ਮਾਇਆ ਦਾ, ਸੰਸਾਰ ਦਾ ਤਿਆਗ ਕਰ ਦਿਓ, ਮਾਇਆ ਤੇ ਨਾਗਣੀ ਹੈ, ਮਾਇਆ ਤੇ ਅੱਗ ਹੈ, ਮਾਇਆ ਤੇ ਦੁੱਖ ਰੂਪ ਹੈ। ਇਸ ਤਰ੍ਹਾਂ ਦੀਆਂ ਗੱਲਾਂ ਕਰ ਕਰਕੇ ਉਹਨਾਂ ਨੇ ਮਾਇਆ ਨੂੰ ਤਿਆਗਣ ਦੀ ਗੱਲ ਕੀਤੀ। ਦੂਸਰੇ ਪਾਸੇ ਉਹ ਲੋਕ ਸਨ ਜਿਹੜੇ ਇਸ ਮਾਇਆ ਦੇ ਸਾਗਰ ਦੇ ਵਿੱਚ ਆਪਣੀ ਜ਼ਿੰਦਗੀ ਦੀਆਂ ਬੇੜੀਆਂ ਨੂੰ ਡੋਬ ਰਹੇ ਸਨ। ਉਹਨਾਂ ਨੂੰ ਵੇਖ ਕੇ ਹੀ ਜਿਹੜੇ ਪੁਰਾਣੇ ਰਿਸ਼ੀ ਮੁਨੀ ਸਨ ਉਹਨਾਂ ਨੇ ਆਖਿਆ ਬਈ ਤੁਸੀਂ ਇਸ ਮਾਇਆ ਦਾ ਤਿਆਗ ਕਰ ਦਿਓ, ਇਹਦਾ ਮਤਲਬ ਬੇੜੀ ਦੇ ਚੜ੍ਹਨਾ ਹੀ ਛੱਡ ਦਿਓ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਆਖਿਆ ਉਹ ਗੱਲ ਨਹੀਂ ਚੱਲ ਸਕਦੀ। ਜਿਹੜੀਆਂ ਮਨੁੱਖੀ ਜੀਵਨ ਦੀਆਂ ਬੁਨਿਆਦੀ ਲੋੜਾਂ ਨੇ ਉਹਨਾਂ ਨੂੰ ਮਾਇਆ ਤੋਂ ਬਿਨਾਂ ਪੂਰਾ ਨਹੀਂ ਕੀਤਾ ਜਾ ਸਕਦਾ। ਚਾਹੇ ਕੋਈ ਕਿੱਡਾ ਵੱਡਾ ਸੰਤ ਬਣ ਜਾਵੇ, ਕਿੱਡਾ ਵੱਡਾ ਤਿਆਗੀ ਵੀ ਬਣ ਜਾਵੇ, ਪਰ ਜਿਹੜੀਆਂ ਜ਼ਰੂਰੀ ਲੋੜਾਂ ਨੇ ਉਹਨਾਂ ਤੋਂ ਬਿਨਾਂ ਕਿਸੇ ਦਾ ਨਿਰਵਾਹ ਨਹੀਂ ਹੋ ਸਕਦਾ। ਇਸੇ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਸਿੱਖ ਨੂੰ ਇੱਕ ਐਸਾ ਰਸਤਾ ਦਿਖਾਇਆ ਹੈ, ਗੁਰਸਿੱਖਾ ਤੂੰ ਛੱਡਣਾ ਵੀ ਕੁਝ ਨਹੀਂ ਤੇ ਪਕੜਨਾ ਵੀ ਕੁਝ ਨਹੀਂ, ਦੋਵੇਂ ਗੱਲਾਂ ਸਾਨੂੰ ਸਮਝਾਈਆਂ। ਰਹਿਣਾ ਸੰਸਾਰ ਵਿੱਚ ਹੈ ਤੇ ਰਹਿਣਾ ਬਿਲਕੁਲ ਨਿਰਲੇਪ ਹੈ। ਉਹ ਕਿਵੇਂ? ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਉਹ ਸਾਨੂੰ ਜੀਵਨ ਜੁਗਤ ਸਮਝਾ ਦਿੱਤੀ। ਜੈਸੇ ਜਲ ਮੈਂ ਕਵਲ ਨਿਰਾਲਮ ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਪਵ ਸਾਗਰ ਤਰੀਆ ਨਾਨਕ ਨਾਮ ਵਖਾਣੇ। ਇਹ ਗੁਰਮਤਿ ਦਾ ਮਾਰਗ ਹੈ। ਇਹਦੇ ਵਿੱਚ ਭੋਗਵਾਦ ਲਈ ਵੀ ਕੋਈ ਥਾਂ ਨਹੀਂ ਤੇ ਤਿਆਗਵਾਦ ਲਈ ਵੀ ਕੋਈ ਥਾਂ ਨਹੀਂ। ਸਰੀਰ ਕਰਕੇ ਅਸੀਂ ਮਾਇਆ ਦੇ ਸੁੱਖ ਭੋਗ ਸਕਦੇ ਹਾਂ, ਪਰ ਮਨ ਨੂੰ ਗੁਰੂ ਦੇ ਚਰਨਾਂ ਵਿੱਚ, ਗੁਰੂ ਦੀ ਬਾਣੀ ਨਾਲ, ਗੁਰੂ ਦੇ ਸ਼ਬਦ ਨਾਲ ਜੋੜੀ ਰੱਖਣਾ। ਸੁਰਤ ਸ਼ਬਦ ਪਵ ਸਾਗਰ ਤਰੀਏ, ਇਹ ਹੈ ਗੁਰਮਤਿ ਦਾ ਰਸਤਾ। ਕਿਉਂਕਿ ਜਿਹੜੀਆਂ ਜੀਵਨ ਦੀਆਂ ਬੁਨਿਆਦੀ ਲੋੜਾਂ ਨੇ ਉਹਨਾਂ ਦਾ ਮਾਇਆ ਤੋਂ ਬਿਨਾਂ ਗੁਜ਼ਾਰਾ ਨਹੀਂ। ਹੁਣ ਜਿਹੜੇ ਮਾਇਆ ਦੇ ਤਿਆਗੀ ਨੇ ਅਕਸਰ ਖਾਣ ਲਈ ਵੀ ਕੁਛ ਚਾਹੀਦਾ ਹੈ, ਪਹਿਨਣ ਲਈ ਵੀ ਉਹਨਾਂ ਨੂੰ ਕੁਛ ਚਾਹੀਦਾ ਹੈ, ਰਹਿਣ ਲਈ ਵੀ ਕੋਈ ਮਕਾਨ, ਕੋਈ ਡੇਰਾ ਚਾਹੀਦਾ। ਮਾਇਆ ਤੋਂ ਬਿਨਾਂ ਕਿਵੇਂ ਬਣੂ? ਇਸ ਲਈ ਇਹ ਜ਼ਿੰਦਗੀ ਇੱਕ ਬੇੜੀ ਹੈ, ਇਹਨੇ ਚੱਲਣਾ ਵੀ ਪਾਣੀ ਦੇ ਵਿੱਚ ਹੀ ਹੈ ਤੇ ਡੁੱਬਣਾ ਵੀ ਪਾਣੀ ਵਿੱਚ ਹੀ ਹੈ। ਸਤਿਗੁਰੂ ਮਹਾਰਾਜ ਨੇ ਆਖਿਆ ਵੀ ਬੇੜੀ ਉਦੋਂ ਡੁੱਬਦੀ ਜਦੋਂ ਵਿੱਚ ਪਾਣੀ ਪੈ ਜਾਵੇ। ਇਸੇ ਤਰ੍ਹਾਂ ਮਨੁੱਖ ਉਦੋਂ ਹੀ ਇਸ ਮਾਇਆ ਦੇ ਸਾਗਰ ਵਿੱਚ ਡੁੱਬਦਾ ਹੈ ਜਦੋਂ ਮਾਇਆ ਦਾ ਮੋਹ ਤੇ ਮਾਇਆ ਦਾ ਹੰਕਾਰ ਸਾਡੇ ਮਨ ਵਿੱਚ ਪੈਦਾ ਹੋ ਜਾਵੇ। ਤੁਸੀਂ ਇਸ ਤੋਂ ਬਚ ਕੇ ਰਹਿਣਾ। ਮਾਨ ਮੋਹ ਦੋਨੋਂ ਕੋ ਪਰਹਰ, ਗੋਬਿੰਦ ਕੇ ਗੁਣ ਗਾਵੇ। ਇਹ ਐਸੇ ਗੁਰਮਤਿ ਦੇ ਉੱਚੇ ਸੁੱਚੇ ਸਿਧਾਂਤ ਨੇ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ, ਵਿੱਚੇ ਹੋਵੇ ਮੁਕਤ। ਵੀ ਨਾਲੇ ਸੰਸਾਰ ਦੇ ਸੁੱਖ ਵੀ ਭੋਗੋ ਪਰ ਮਰਜ਼ਾਦਾ ਵਿੱਚ ਰਹਿ ਕੇ। ਗੱਲ ਸਾਰੀ ਮਰਜ਼ਾਦਾ ਤੇ ਅਸੂਲਾਂ ਦੀ ਹੈ। ਹੁਣ ਠੀਕ ਹੈ, ਲੋਕਾਂ ਨੇ ਮਾਇਆ ਨੂੰ ਆਖਿਆ ਵੀ ਇਹ ਅੱਗ ਹੈ, ਪਰ ਹੁਣ ਜਰਾ ਸੋਚੋ ਵੀ ਅੱਗ ਤੋਂ ਬਿਨਾਂ ਵੀ ਨਹੀਂ ਸਾਡਾ ਸਰਦਾ। ਰੋਟੀ ਪਕਾਉਣੀ ਹੈ, ਸਬਜ਼ੀ ਬਣਾਉਣੀ ਹੈ, ਤੁਸੀਂ ਦੱਸੋ ਅੱਗ ਤੋਂ ਬਿਨਾਂ ਕੁਛ ਹੋ ਸਕਦਾ? ਪਰ ਅੱਗ ਨੂੰ ਮਰਜ਼ਾਦਾ ਨਾਲ, ਢੰਗ ਤਰੀਕੇ ਨਾਲ ਵਰਤਣਾ ਚਾਹੀਦਾ ਤੇ ਫਿਰ ਅੱਗ ਵੀ ਸਾਡਾ ਕੰਮ ਸਵਾਰਦੀ ਹੈ। ਇਸੇ ਤਰ੍ਹਾਂ ਮਾਇਆ ਵੀ ਅੱਗ ਹੈ। ਜੈਸੀ ਅਗਨ ਉਦਰਮੈ ਤੈਸੀ ਬਾਹਰ ਮਾਇਆ।
ਇਹਨੂੰ ਢੰਗ ਨਾਲ ਵਰਤੋ। ਸਤਿਗੁਰੂ ਮਹਾਰਾਜ ਨੇ ਢੰਗ ਤਰੀਕੇ ਨਾਲ ਵਰਤਣ ਦੀ ਸਾਨੂੰ ਆਗਿਆ ਦਿੱਤੀ ਹੈ। ਸੰਸਾਰ ਦੇ ਸੁੱਖ ਭੋਗਣੇ ਨੇ, ਤੁਸੀਂ ਮਰਜ਼ਾਦਾ ਵਿੱਚ ਰਹਿ ਕੇ ਸਾਰੇ ਭੋਗ ਸਕਦੇ ਹੋ, ਪਰ ਮਰਜ਼ਾਦਾ ਤੋਂ ਬਾਹਰ ਜਾ ਕੇ ਨਹੀਂ। ਮਾਇਆ ਇੱਕ ਨਦੀ ਵੀ ਹੈ, ਜੇ ਨਦੀ ਆਪਣੇ ਰਸਤੇ ਵਿੱਚ ਦੀ ਚੱਲਦੀ ਹੈ ਤੇ ਕੋਈ ਨੁਕਸਾਨ ਨਹੀਂ। ਸਗੋਂ ਕਈਆਂ ਦੀ ਪਿਆਸ ਬੁਝਦੀ ਹੈ, ਕਈਆਂ ਦੀਆਂ ਪੈਲੀਆਂ ਸਿੰਜੀਆਂ ਜਾਂਦੀਆਂ ਨੇ, ਪਰ ਜਦੋਂ ਉਹ ਨਦੀ ਦਾ ਪਾਣੀ ਉਛਲ ਕੇ ਬਾਹਰ ਆਉਂਦਾ ਫਿਰ ਨੁਕਸਾਨ ਕਰਦਾ। ਜਦੋਂ ਮਰਜ਼ਾਦਾ ਤੋਂ ਅਸੀਂ ਬਾਹਰ ਜਾਂਦੇ ਹਾਂ ਨਾ, ਤੇ ਫਿਰ ਇਹ ਗੱਲ ਸਾਰੀ ਖਰਾਬ ਹੁੰਦੀ ਹੈ। ਸਤਿਗੁਰੂ ਮਹਾਰਾਜ ਨੇ ਆਖਿਆ, ਭਾਈ ਮਰਜ਼ਾਦਾ ਵਿੱਚ ਰਹਿ ਕੇ, ਅਸੂਲਾਂ ਵਿੱਚ ਰਹਿ ਕੇ ਤੁਸੀਂ ਸਾਰਾ ਕੁਝ ਕਰ ਸਕਦੇ ਹੋ, ਪਰ ਅਸੂਲਾਂ ਤੋਂ ਬਾਹਰ ਜਾ ਕੇ ਨਹੀਂ। ਜੇ ਹੁਣ ਅੱਗ ਚੁੱਲ੍ਹੇ ਤੋਂ ਬਾਹਰ ਚਲੀ ਜਾਵੇ, ਵੇਖ ਲਓ ਫਿਰ ਕੀ ਕੁਛ ਹੁੰਦਾ ਹੈ। ਜੇ ਨਦੀ ਉਛਲ ਜਾਵੇ, ਦੇਖ ਲਓ ਵੀ ਕਿੱਡਾ ਵੱਡਾ ਨੁਕਸਾਨ ਕਰ ਜਾਂਦੀ ਹੈ। ਸਤਿਗੁਰੂ ਕਹਿੰਦੇ ਬਸ ਮਰਜ਼ਾਦਾ ਵਿੱਚ ਰਹਿਣਾ ਸਿੱਖੋ। ਸਾਨੂੰ ਮਰਜ਼ਾਦਾ ਬਖਸ਼ੀ ਹੈ, ਅਸੂਲ ਬਖਸ਼ੇ ਨੇ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਸੋ ਇੱਥੇ ਭਗਤ ਬੇਣੀ ਜੀ ਵੀ ਗੁਰਮਤਿ ਦੀ ਆਸ਼ੇ ਦੇ ਮੁਤਾਬਕ ਹੀ ਉਪਦੇਸ਼ ਦੇ ਰਹੇ ਨੇ। ਫਿਰ ਪਛਤਾਵੈਂਗਾ ਮੂੜਿਆ, ਤੂੰ ਕਵਨ ਕੁਮਤ ਭਰਮ ਲਾਗਾ। ਉਹ ਮੂਰਖਾ, ਹੁਣ ਤੂੰ ਭਰਮ ਦੇ ਵਿੱਚ ਪੈ ਕੇ ਕਿਹੜੀ ਖੋਟੀ ਮੱਤ ਵਿੱਚ ਲੱਗਿਆ ਹੋਇਆ। ਫਿਰ ਜਦੋਂ ਜੀਵਨ ਮੁੱਕ ਗਿਆ ਤੇ ਅਖੀਰ ਤੇ ਪਛਤਾਵੇਂਗਾ, ਪਛਤਾਤਾਪ ਕਰੇਗਾ। ਚੇਤ ਰਾਮ, ਤੂੰ ਹੁਣ ਵਾਹਿਗੁਰੂ ਨੂੰ ਚੇਤੇ ਕਰ। ਤਨ ਚੇਤਨ ਚੇਤਨ ਹੇਤ ਦਿਓ, ਨਾ ਭੋਗਨ ਹੇਤ ਜਗਦੀਸ਼ ਦਿਓ। ਇਸ ਸਿਮਰਨ ਵਾਸਤੇ, ਬੰਦਗੀ ਵਾਸਤੇ ਮਨੁੱਖਾ ਸਰੀਰ ਵਾਹਿਗੁਰੂ ਨੇ ਦਿੱਤਾ ਹੈ, ਨਾ ਕਿ ਪਦਾਰਥਾਂ ਦੇ ਸੁੱਖ ਭੋਗਣ ਦੀ ਖਾਤਰ ਹੀ। ਹਜ਼ੂਰ ਕਹਿੰਦੇ ਚੇਤ ਰਾਮ, ਬਈ ਵਾਹਿਗੁਰੂ ਨੂੰ ਵੀ ਚੇਤੇ ਕਰ, ਨਾ ਹੀ ਜਮਪੁਰ ਜਾਹੇਗਾ, ਨਹੀਂ ਤੇ ਵੇਖ ਲੈ ਜਮਾਪੁਰੀ ਵਿੱਚ ਜਾਣਾ ਪਵੇਗਾ। ਜਨ ਵਿਚਰੈ ਅਨਰਾਧਾ। ਤੇ ਭਗਤ ਬੇਣੀ ਜੀ ਕਹਿੰਦੇ ਨੇ ਕਿ ਮਾਨੋ ਤੂੰ ਤੇ ਇਉਂ ਫਿਰਦਾ ਹੈ ਅਨਰਾਧਾ, ਜਿਵੇਂ ਕੋਈ ਕੋਰੜੂ ਮੋਠ ਹੁੰਦਾ। ਅਨਰਾਧਾ ਦਾ ਅਰਥ ਜਿਹੜਾ ਵੀ ਦਾਲ ਵਿੱਚ ਕੋਰੜੂ ਮੋਠ ਹੁੰਦਾ ਹੈ ਨਾ, ਔਰ ਉਹ ਅੱਗ ਦੇ ਉੱਪਰ ਜਦੋਂ ਦਾਲ ਉਬਲਦੀ ਹੈ, ਬਾਕੀ ਤੇ ਦਾਲ ਗਲ ਜਾਂਦੀ, ਪਰ ਉਹ ਨਹੀਂ ਗਲਦਾ। ਭਗਤ ਜੀ ਕਹਿੰਦੇ ਨੇ ਜਨ ਵਿਚਰੈ ਅਨਰਾਧਾ, ਮਾਨੋ ਤੂੰ ਵੀ ਉਹ ਕੋਰੜੂ ਮੋਠ ਵਾਂਗੂ ਵਿਚਰ ਰਿਹਾ ਹੈ। ਤੇਰੀ ਜ਼ਿੰਦਗੀ ਵੀ ਉਸ ਵਰਗੀ ਹੈ। ਸੰਗਤ ਵਿੱਚ ਆਉਣਾ ਤੇ ਹੈ, ਪਰ ਪੱਥਰ ਵਾਂਗੂ, ਕੋਰੜੂ ਮੋਠ ਵਾਂਗੂ ਰਹਿਣਾ। ਤੇਰੇ ਮਨ ਤੇ ਕੋਈ ਬਾਣੀ ਦਾ ਅਸਰ ਨਹੀਂ ਹੁੰਦਾ। ਜਾਂ ਦੂਸਰਾ ਅਰਥ ਇਹਦਾ ਜਨ ਵਿਚਰੈ ਅਨਰਾਧਾ, ਇਹ ਵੀ ਮਹਾਂਪੁਰਖ ਕਰਦੇ ਸਨ। ਜਨ ਵਿਚਰੈ ਅਨਰਾਧਾ, ਵੀ ਤੂੰ ਅਨਰਾਧਾ ਦਾ ਅਰਥ ਹੈ ਆਰਾਧਨਾ ਹੁੰਦਾ ਹੈ, ਪਰਮੇਸ਼ਰ ਨੂੰ ਚੇਤੇ ਕਰਨਾ। ਤੇ ਜਿਹੜਾ ਅਨ ਸ਼ਬਦ ਉਹਦੇ ਨਿਸ਼ੇਧੀ ਵਿੱਚ ਵਰਤਿਆ ਗਿਆ। ਅਨਰਾਧਾ ਦਾ ਅਰਥ ਤੂੰ ਸਿਮਰਨ ਤੋਂ ਬਿਨਾਂ ਹੀ ਫਿਰਦਾ ਹੈ। ਜਨ ਵਿਚਰੈ ਅਨਰਾਧਾ, ਤੂੰ ਹੋਰ ਪਾਸੇ ਤੇ ਦੌੜਿਆ ਫਿਰਦਾ ਪਰ ਸਿਮਰਨ ਨਹੀਂ ਕਰ ਸਕਦਾ। ਇਹ ਤੇਰੀ ਹਾਲਤ ਬਣੀ ਹੈ, ਸਿਮਰਨ ਤੋਂ ਬਿਨਾਂ ਹੀ ਇੱਧਰ ਉੱਧਰ ਦੌੜਿਆ ਫਿਰਦਾ ਮਾਇਆ ਦੇ ਪਿੱਛੇ। ਅਥਵਾ ਜਨ ਵਿਚਰੈ ਅਨਰਾਧਾ, ਤੀਜਾ ਅਰਥ ਵਿਦਵਾਨਾਂ ਨੇ ਇਹ ਵੀ ਕੀਤਾ ਹੈ ਵੀ ਤੂੰ ਵਾਹਿਗੁਰੂ ਦਾ ਸਿਮਰਨ ਨਹੀਂ ਕਰਦਾ। ਅਨਰਾਧਾ ਦਾ ਅਰਥ ਜਿਹੜੇ ਹਨ ਹੋਰ ਜਿਹੜੇ ਦੇਵੀ ਦੇਵਤੇ ਨੇ, ਉਹਨਾਂ ਦੀ ਆਰਾਧਨਾ ਵਿੱਚ ਹੀ ਲੱਗਿਆ ਫਿਰਦਾ। ਕਦੇ ਪੀਰਾਂ ਪੰਡਤਾਂ ਦੇ ਕੋਲ ਚਲਿਆ ਜਾਂਦਾ, ਕਿਤੇ ਮੜੀਆਂ ਮਸਾਣੀਆਂ ਕੋਲ ਚਲਿਆ ਜਾਂਦਾ, ਕਿਧਰੇ ਟੂਣੇ ਟਾਮਣ ਕਰਨ ਵਾਲਿਆਂ ਕੋਲ ਚਲਿਆ ਜਾਂਦਾ, ਤੇ ਵਾਹਿਗੁਰੂ ਨੂੰ ਚੇਤੇ ਨਹੀਂ ਕਰਦਾ। ਅਸਲੀ ਜੀਵਨ ਦੇ ਉਦੇਸ਼ ਨੂੰ ਤੂੰ ਭੁੱਲ ਗਿਆ। ਲੋ ਹੁਣ ਆਰੰਭ ਤੋਂ ਭਗਤ ਬੇਣੀ ਜੀ ਕੀ ਸਾਨੂੰ ਉਪਦੇਸ਼ ਦਿੰਦੇ ਹਨ। ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਬਾਣੀ ਭਗਤ ਬੇਣੀ ਜੀਓ ਕੀ, ਪਹਿਰਿਆਂ ਕੈ ਘਰ ਗਾਵਣਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰੇ ਨਰ ਗਰਭ ਕੁੰਡਲ ਜਬ ਆਛਤ, ਉਰਦ ਧਿਆਨ ਲਿਵ ਲਾਗਾ। ਭਗਤ ਬੇਣੀ ਜੀ ਇੱਕ ਉੱਚ ਕੋਟੀ ਦੇ ਵਿਦਵਾਨ ਵੀ ਸਨ ਤੇ ਉੱਚ ਕੋਟੀ ਦੇ ਮਹਾਂਪੁਰਖ ਵੀ ਸਨ। ਤੇ ਹੁਣ ਇਸ ਮਨੁੱਖ ਨੂੰ ਉਹ ਸਮਾਂ ਯਾਦ ਕਰਵਾਉਂਦੇ ਨੇ ਜਦੋਂ ਇਹ ਮਾਤਾ ਦੇ ਗਰਭ ਦੇ ਵਿੱਚ ਸੀ, ਹਾਲੇ ਸੰਸਾਰ ਵਿੱਚ ਨਹੀਂ ਸੀ ਆਇਆ। ਰੇ ਨਰ ਗਰਭ ਕੁੰਡਲ ਜਬ ਆਸ਼ਤ, ਐ ਮਨੁੱਖ ਜਦੋਂ ਤੂੰ ਮਾਤਾ ਦੇ ਗਰਭ ਕੁੰਡਲ ਵਿੱਚ ਸਥਿਤ ਸੀ। ਆਸ਼ਤ ਦਾ ਅਰਥ
ਟਿਕਣਾ। ਜਦੋਂ ਤੂੰ ਮਾਤਾ ਦੇ ਗਰਭ ਕੁੰਡਲ ਗਰਭ ਆਸ਼ੇ ਦੇ ਵਿੱਚ ਸਥਿਤ ਸੀ, ਉਸ ਵੇਲੇ ਅੰਦਰ ਤੂੰ ਗਰਭ ਦੇ ਵਿੱਚ ਟਿਕਿਆ ਹੋਇਆ ਸੀ। ਉਰਦ ਧਿਆਨ ਲਿਵ ਲਾਗਾ। ਉਸ ਵੇਲੇ ਤੇਰਾ ਉਰਦ ਦਾ ਅਰਥ ਹੈ ਜਿਹੜਾ ਉਤਕ੍ਰਿਸ਼ਟ, ਉੱਚਾ, ਸਭ ਤੋਂ ਅਕਾਲ ਪੁਰਖ ਹੈ, ਉਹਦੇ ਵਿੱਚ ਤੇਰਾ ਧਿਆਨ ਜੁੜਿਆ ਹੋਇਆ ਸੀ। ਜਦੋਂ ਬੱਚਾ ਮਾਤਾ ਦੇ ਗਰਭ ਦੇ ਵਿੱਚ ਹੁੰਦਾ ਹੈ ਨਾ, ਉਸ ਵੇਲੇ ਸਵਾਸ ਸਵਾਸ ਸਿਮਰਨ ਕਰਦਾ ਹੈ। ਉਰਦ ਧਿਆਨ ਲਿਵ ਲਾਗਾ, ਤੇਰਾ ਉਸ ਵਾਹਿਗੁਰੂ ਵਿੱਚ ਧਿਆਨ ਲੱਗਿਆ ਹੋਇਆ ਸੀ ਤੇ ਲਿਵ ਲਾਗਾ, ਤੂੰ ਵਾਹਿਗੁਰੂ ਦੀ ਲਿਵ ਦੇ ਵਿੱਚ ਲੱਗਿਆ ਹੋਇਆ ਸੀ। ਮਿਰਤਕ ਪਿੰਡ ਪਦ ਮਦ ਨਾ ਅਹਨਿਸ, ਏਕ ਅਗਿਆਨ ਸੋ ਨਾਗਾ। ਲੋ ਭਗਤ ਜੀ ਫਰਮਾਉਂਦੇ ਨੇ ਕਿ ਇਹ ਮਨੁੱਖ ਮਿਰਤਕ ਪਿੰਡ, ਆ ਜਿਹੜਾ ਤੇਰਾ ਸਰੀਰ ਹੈ ਨਾ, ਪਿੰਡ ਦਾ ਅਰਥ ਹੈ ਸਰੀਰ, ਇਹ ਇੱਕ ਮਿੱਟੀ ਦਾ ਹੀ ਪੇੜਾ ਸੀ। ਔਰ ਜਦੋਂ ਤੂੰ ਮਾਤਾ ਦੇ ਗਰਭ ਦੇ ਵਿੱਚ ਸੀ, ਮਿਰਤਕ ਪਿੰਡ ਪਦ, ਇਹ ਜਿਹੜਾ ਮਿੱਟੀ ਦਾ ਪੇੜਾ ਤੇਰਾ ਸਰੀਰ ਹੈ, ਇਹਦੀ ਪਦਵੀ ਦਾ ਮਦ ਨਾ, ਤੈਨੂੰ ਕੋਈ ਹੰਕਾਰ ਵੀ ਨਹੀਂ ਸੀ। ਜਦੋਂ ਜੀ ਮਾਤਾ ਦੇ ਗਰਭ ਦੇ ਵਿੱਚ ਹੁੰਦਾ ਹੈ ਨਾ, ਉਸ ਵੇਲੇ ਇੱਕ ਤਾਂ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਤੇ ਦੂਸਰਾ ਇਹਨੂੰ ਆਪਣੀ ਪਦਵੀ ਦਾ ਕੋਈ ਮਾਣ ਨਹੀਂ ਹੁੰਦਾ। ਹੁਣ ਬਾਹਰ ਆ ਕੇ ਤਾਂ ਹਰ ਮਨੁੱਖ ਇਹ ਸਮਝਣ ਲੱਗ ਜਾਂਦਾ ਹੈ ਨਾ, ਮੇਰੇ ਵਰਗਾ ਕੋਈ ਹੋਰ ਜੰਮਿਆ ਹੀ ਨਹੀਂ। ਇਹ ਹੰਕਾਰ ਉਸ ਵੇਲੇ ਨਹੀਂ ਸੀ। ਅਹਨਿਸ, ਰਾਤ ਦਿਨ ਇੱਕ ਵਾਹਿਗੁਰੂ ਦੇ ਵਿੱਚ ਤੇਰਾ ਧਿਆਨ ਲੱਗਿਆ ਹੋਇਆ ਸੀ। ਤੇ ਅਗਿਆਨ ਸੋ ਨਾਗਾ, ਤੇ ਜਿਹੜਾ ਅਗਿਆਨ ਹੈ ਔਰ ਉਹਦਾ ਵੀ ਨਾਗਾ ਸੀ। ਨਾਗਾ ਦਾ ਭਾਵ ਹੈ ਅਭਾਵ, ਭਾਵ ਉੱਥੇ ਅਗਿਆਨ ਦਾ ਵੀ ਅਭਾਵ ਸੀ।